ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਪਿਆਰ ਦੇ ਨਾਲ ਗੁਰਪ੍ਰੀਤ ਭੈਣ ਜੀ ਗੁਰਬਾਣੀ ਕੀਰਤਨ ਸਰਵਣ ਕਰਾ ਰਹੇ ਸਨ ਔਰ ਦੂਸਰੇ ਕੈਂਪਰ ਪਾਸੋਂ ਵੀ ਅਸੀਂ ਬਹੁਤ ਵਧੀਆ ਇਲਾਹੀ ਤੁਰਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਗੁਰੂ ਸਾਹਿਬ ਨੇ ਆਪ ਸਾਰਿਆਂ ਦੇ ਦਰਸ਼ਨ ਕਰਨ ਦਾ ਅੱਜ ਸੁਭਾਗ ਬਖਸ਼ਿਆ ਹੈ ਔਰ ਇਸ ਕੋਰੋਨਾ ਮਹਾਮਾਰੀ ਦੇ ਚਲਦਿਆਂ ਜਿੱਥੇ ਅਸੀਂ ਇੱਕ ਥਾਂ ਨਹੀਂ ਬਹਿ ਸਕਦੇ, ਉਸ ਕਮੀ ਨੂੰ ਪੂਰੀ ਕਰਦਿਆਂ ਹੋਇਆਂ ਅੱਜ ਆਨਲਾਈਨ ਇਹ ਜੋ ਸਿਸਟਮ ਹੈ ਇਹਦੇ ਤੇ ਅਸੀਂ ਰੂਬਰੂ ਹੋ ਰਹੇ ਹਾਂ, ਇੱਕ ਦੂਜੇ ਨਾਲ ਸਾਂਝ ਪਾ ਰਹੇ ਹਾਂ ਗੁਰਬਾਣੀ ਕੀਰਤਨ ਰਾਹੀਂ, ਗੁਰਮਤਿ ਵਿਚਾਰਾਂ ਰਾਹੀਂ। ਸੰਗਤ ਜੀਓ, ਗੁਰੂ ਸਾਹਿਬ ਅੱਜ ਸੇਵਾ ਲੈ ਰਹੇ ਨੇ। ਵਿਸ਼ਾ ਹੈ ਜੀਵਨ ਵਿੱਚ ਸਦਾ ਚੜ੍ਹਦੀ ਕਲਾ ਕਿਵੇਂ ਬਣੇ। ਅਸੀਂ ਗੁਰੂ ਸਾਹਿਬਾਨ ਦੇ ਜੀਵਨ ਬਿਰਤਾਂਤ ਤੋਂ, ਸਿੱਖ ਇਤਿਹਾਸ ਤੋਂ ਔਰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਜਿਤਨਾ ਕੁ ਸਮਾਂ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ, ਉਸ ਸਮੇਂ ਦੇ ਵਿੱਚ ਇਸ ਚੀਜ਼ ਨੂੰ ਅਸੀਂ ਸਮਝਣ ਦਾ ਯਤਨ ਕਰਾਂਗੇ। ਕਿਉਂਕਿ ਅੱਜ ਜਿਹੜਾ ਮਾਹੌਲ ਚੱਲ ਰਿਹਾ ਹੈ, ਜਿਹੜਾ ਸਾਡਾ ਆਲਾ ਦੁਆਲਾ ਬਣਿਆ ਪਿਆ ਹੈ, ਜੋ ਇੱਕ ਵਾਤਾਵਰਣ ਬਣਿਆ ਪਿਆ ਹੈ, ਉਸ ਵਾਤਾਵਰਣ ਦੇ ਵਿੱਚ ਸਾਡੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਸ ਦੇ ਚੱਲਦਿਆਂ ਲੋਕ ਸੁਭਾਵਕ ਹੀ ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਡਰ ਜਾਂਦੇ ਨੇ, ਕਿਤੇ ਨਾ ਕਿਤੇ ਮਾਨਸਿਕ ਤੌਰ ਤੇ ਉਹਨਾਂ ਦੇ ਅੰਦਰ ਢਹਿੰਦੀ ਕਲਾ ਆ ਜਾਂਦੀ ਹੈ। ਪਰ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਇੱਕ ਸਿੱਖ ਦੇ ਜੀਵਨ ਦੇ ਵਿੱਚ ਕਦੇ ਵੀ ਢਹਿੰਦੀ ਕਲਾ ਨਹੀਂ ਆਉਂਦੀ। ਸਿੱਖ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ, ਕਿਉਂਕਿ ਸਿੱਖ ਦੇ ਜੀਵਨ ਦੀ, ਸਿੱਖ ਦੇ ਦਿਨ ਦੀ ਆਰੰਭਤਾ ਹੀ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਉਸ ਅਰਦਾਸ ਰਾਹੀਂ ਹੁੰਦੀ ਹੈ, ਜਿਸ ਅਰਦਾਸ ਦੇ ਵਿੱਚ ਗੁਰੂ ਦਾ ਪਿਆਰਾ ਸਿੱਖ ਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ ਇਹ ਬੇਨਤੀ ਕਰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਦੋਂ ਸਵੇਰੇ ਸ਼ਾਮ ਅਰਦਾਸ ਦੇ ਵਿੱਚ ਇਸ ਚੜ੍ਹਦੀ ਕਲਾ ਦੀ ਮੰਗ ਕੀਤੀ ਜਾਵੇ, ਇਸ ਚੜ੍ਹਦੀ ਕਲਾ ਦੇ ਨਾਲ ਜਦੋਂ ਅਸੀਂ ਚੱਲਦੇ ਹਾਂ ਤਾਂ ਜੀਵਨ ਦੇ ਵਿੱਚ ਕਦੇ ਵੀ ਸਿੱਖ ਦੇ ਅੰਦਰ ਇਹ ਢਹਿੰਦੀ ਕਲਾ ਨਹੀਂ ਆਉਂਦੀ। ਹਮੇਸ਼ਾ ਸਿੱਖ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ। ਆਓ ਯਤਨ ਕਰਦੇ ਹਾਂ ਕਿ ਇਹਨਾਂ ਪੰਕਤੀਆਂ ਦੇ ਵਿੱਚ ਆਏ ਹੋਏ ਇਹ ਜਿਹੜੇ 4 ਸ਼ਬਦ ਨੇ, ਨਾਮ, ਚੜ੍ਹਦੀ ਕਲਾ, ਭਾਣਾ, ਸਰਬੱਤ ਦਾ ਭਲਾ, ਇਹਨਾਂ 2 ਪੰਕਤੀਆਂ ਦੇ ਵਿੱਚ ਇਹ ਜਿਹੜੇ 4 ਸ਼ਬਦ ਨੇ, ਇਹਨਾਂ ਦਾ ਆਪਸੀ ਕੀ ਸੰਬੰਧ ਹੈ ਔਰ ਕਿਸ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਚੜ੍ਹਦੀ ਕਲਾ ਜਿਹੜੀ ਹੈ ਉਹ ਬਣੀ ਰਹੇਗੀ। ਜਦੋਂ ਅਸੀਂ ਧਿਆਨ ਦੇ ਨਾਲ ਵਿਚਾਰਦੇ ਹਾਂ ਤਾਂ ਇਹਨਾਂ ਸ਼ਬਦਾਂ ਦੇ ਵਿੱਚ ਜੋ ਇੱਕ ਸਾਨੂੰ ਅੰਤਰ ਸੰਬੰਧਿਤ ਇੱਕ ਕਨੈਕਟੀਵਿਟੀ ਬਣਦੀ ਨਜ਼ਰ ਆ ਰਹੀ ਹੈ, ਉਹ ਇਹ ਹੈ ਕਿ ਜੀਵਨ ਦੇ ਵਿੱਚ ਜੇ ਚੜ੍ਹਦੀ ਕਲਾ ਚਾਹੀਦੀ ਹੈ, ਉਹਦੇ ਲਈ ਨਾਮ ਜ਼ਰੂਰੀ ਹੈ। ਨਾਮ ਸਿਮਰਨ, ਜਿੱਥੇ ਨਾਮ ਹੈ, ਜਿੱਥੇ ਸਿਮਰਨ ਹੈ, ਜਿੱਥੇ ਪ੍ਰਮਾਤਮਾ ਦੀ ਯਾਦ ਹੈ, ਚੇਤਾ ਹੈ, ਉੱਥੇ ਚੜ੍ਹਦੀ ਕਲਾ ਹੈ। ਤੇ ਜਿੱਥੇ ਚੜ੍ਹਦੀ ਕਲਾ ਹੈ, ਜਿਸ ਸਿੱਖ ਦੇ ਅੰਦਰ ਚੜ੍ਹਦੀ ਕਲਾ ਵਾਲੀ ਸੋਚ ਹੈ, ਜੀਵਨ ਹੈ, ਉਹਦੇ ਅੰਦਰ ਭਾਣੇ ਨੂੰ ਮੰਨਣ ਦੀ ਸਮਰੱਥਾ ਹੈ। ਭਾਣਾ ਉਹੀ ਮੰਨ ਸਕਦਾ ਹੈ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਹੈ, ਤੇ ਚੜ੍ਹਦੀ ਕਲਾ ਦੇ ਵਿੱਚ ਉਹ ਰਹਿ ਸਕਦਾ ਹੈ, ਉਹੀ ਸਿੱਖ ਰਹਿ ਸਕਦਾ ਜਿਹੜਾ ਨਾਮ ਦੇ ਨਾਲ ਜੁੜਿਆ ਹੈ। ਤੇ ਜਿਹੜਾ ਭਾਣੇ ਨੂੰ ਮੰਨਦਾ ਹੈ, ਉਹੀ ਸਰਬੱਤ ਦਾ ਭਲਾ ਕਰ ਸਕਦਾ ਹੈ। ਇਹ ਮੂਲ ਸਿਧਾਂਤ ਹੈ ਸਿੱਖ ਧਰਮ ਦਾ। ਨਾਮ, ਚੜ੍ਹਦੀ ਕਲਾ, ਭਾਣਾ, ਸਰਬੱਤ ਦਾ ਭਲਾ, ਇਹ 4 ਚੀਜ਼ਾਂ ਜਿਹੜੀਆਂ ਨੇ
ਇਹ ਚਾਰ ਨਾਮ ਇਹਦੇ ਵਿੱਚ ਆਏ ਨੇ। ਇਹ ਬੜੇ ਵੱਡੇ ਸਿਧਾਂਤ ਨੇ। ਜੇਕਰ ਅਸੀਂ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਦੇਖੀਏ ਤੇ ਨਾਮ ਕੀ ਹੈ? ਗੁਰੂ ਸਾਹਿਬ ਕਹਿੰਦੇ ਨੇ ਕਿ ਨਾਮ ਜੋਤ ਹੈ, ਨਾਮ ਚੇਤਨਾ ਹੈ, ਕੌਨਸ਼ੀਅਸਨੈਸ। ਨਾਮ ਇਸ ਜੀਵਨ ਦਾ ਮੂਲ ਆਧਾਰ ਹੈ। ਨਾਮ ਉਹ ਪਰਮ ਜੋਤ ਹੈ ਜਿਸ ਨੂੰ ਅਸੀਂ ਅਕਾਲ ਪੁਰਖ ਪਰਮਾਤਮਾ ਕਹਿੰਦੇ ਹਾਂ, ਜਿਸ ਨੂੰ ਗੁਰੂ ਸਾਹਿਬ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਗੁਰੂ ਕਿਹਾ। ਇਹ ਜੀਵਨ ਦਾ ਆਧਾਰ ਹੈ, ਇਹ ਸੁਪਰੀਮ ਹੈ, ਇਹ ਸਭ ਤੋਂ ਉੱਪਰ ਹੈ। ਤੇ ਜਦੋਂ ਨਾਮ ਭਾਵ ਉਹ ਸ਼ਬਦ ਗੁਰੂ ਸਾਡੇ ਜੀਵਨ ਦੇ ਵਿੱਚ ਆਉਂਦਾ ਹੈ ਤਾਂ ਉਹਦੀ ਬਰਕਤ ਦੇ ਨਾਲ ਜੀਵਨ ਦੇ ਵਿੱਚ ਚੜ੍ਹਦੀ ਕਲਾ ਹੁੰਦੀ ਹੈ। ਪਰ ਸਾਨੂੰ ਇੱਥੇ ਚੇਤੇ ਰੱਖਣਾ ਹੈ ਕਿ ਨਾਮ ਸਿਰਫ ਕਿਤੇ ਬਹਿ ਕੇ ਸਤਸੰਗ ਕਰਕੇ, ਨਿਤਨੇਮ ਕਰਕੇ, ਗੁਰਬਾਣੀ ਦੇ ਨਾਲ ਜੁੜ ਕੇ, ਕੀਰਤਨ ਸਰਵਣ ਕਰਕੇ ਹੀ ਇਹ ਨਾਮ ਜਪਣਾ ਨਹੀਂ ਹੈ। ਗੁਰਬਾਣੀ ਕਹਿੰਦੀ ਹੈ ਕਿ ਹਰ ਵੇਲੇ ਜਦੋਂ ਪ੍ਰਮਾਤਮਾ ਚੇਤੇ ਰਹੇ, ਜਦੋਂ ਹਰ ਥਾਂ, ਹਰ ਇੱਕ ਦੇ ਅੰਦਰ ਪਰਮਾਤਮਾ ਦਾ ਅਹਿਸਾਸ ਹੋਵੇ, ਇਹ ਹੈ ਉਹਦਾ ਨਾਮ, ਇਹ ਹੈ ਉਹਦੇ ਨਾਮ ਦੀ ਤਾਕਤ, ਇਹ ਹੈ ਉਹਦੇ ਨਾਮ ਦੀ ਬਰਕਤ। ਇਹ ਨਾਮ ਸਿਮਰਨ ਸਾਡੇ ਜੀਵਨ ਦਾ ਜਦੋਂ ਹਿੱਸਾ ਬਣਦਾ ਹੈ, ਫਿਰ ਜੀਵਨ ਦੇ ਵਿੱਚ ਚੜ੍ਹਦੀ ਕਲਾ ਹੁੰਦੀ ਹੈ। ਸੁਰਤ ਵਿੱਚ, ਚੇਤੇ ਵਿੱਚ ਨਿਰੰਤਰ ਪਰਮਾਤਮਾ ਦੀ ਯਾਦ ਹੀ ਚੜ੍ਹਦੀ ਕਲਾ ਹੈ। ਇੱਥੇ ਮੈਂ ਇੱਕ ਸਾਂਝ ਪਾਵਾਂਗਾ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅਸੀਂ ਦਰਸ਼ਨ ਕਰਦੇ ਹਾਂ, ਕਿਉਂਕਿ ਅਰਦਾਸ ਦੇ ਵਿੱਚ ਵੀ ਇਹ ਮੰਗ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਉਹ ਅੰਮ੍ਰਿਤਸਰ ਸਾਹਿਬ, ਉਹ ਅੰਮ੍ਰਿਤਸਰ ਸ਼ਹਿਰ ਜਿਹੜਾ ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਤੁੰਗ ਅਤੇ ਗੁਟਮਾਲੀ ਪਿੰਡਾਂ ਦੀ ਜ਼ਮੀਨ ਖਰੀਦ ਕੇ ਇਹ ਸ਼ਹਿਰ ਵਸਾਇਆ। ਔਰ ਇਸ ਸ਼ਹਿਰ ਦੇ ਐਨ ਵਿਚਕਾਰ ਇਹ ਅੰਮ੍ਰਿਤਸਰ, ਅੰਮ੍ਰਿਤ ਦਾ ਸਰੋਵਰ ਜੋ ਹੈ ਉਹ ਬਣਿਆ, ਜਿਹਦੇ ਐਨ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਣਿਆ ਹੋਇਆ। ਅਸੀਂ ਦੇਖਦੇ ਹਾਂ ਕਿ ਇਹ ਸੋਢੀ ਸੁਲਤਾਨ ਪਾਤਸ਼ਾਹ ਦਾ ਜੀਵਨ ਕਿਤਨਾ ਚੜ੍ਹਦੀ ਕਲਾ ਵਾਲਾ ਜੀਵਨ ਸੀ। ਨਾਮ ਹੈ ਭਾਈ ਜੇਠਾ। ਜੇਠੇ ਦਾ ਮਤਲਬ ਹੁੰਦਾ ਵੱਡਾ, ਘਰ ਦੇ ਵਿੱਚ ਪਹਿਲਾ ਪੁੱਤਰ। ਤਕਰੀਬਨ 7 ਸਾਲ ਦੀ ਉਮਰ ਹੈ ਔਰ ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠਿਆ। ਨਾ ਮਾਂ, ਨਾ ਪਿਓ, ਨਾ ਦਾਦਾ, ਨਾ ਦਾਦੀ, ਨਾ ਨਾਨਾ। ਇੱਕ ਨਾਨੀ ਹੈ, ਬਿਰਧ ਬਜ਼ੁਰਗ। ਉਹ ਨਾਨੀ ਭਾਈ ਜੇਠੇ ਨੂੰ ਲੈ ਕੇ ਬਾਸਰ ਕੇ ਪਹੁੰਚ ਜਾਂਦੇ ਨੇ ਆਪਣੇ ਪਿੰਡ ਦੇ ਵਿੱਚ। ਚੜ੍ਹਦੀ ਕਲਾ ਦੀ ਅਵਸਥਾ ਦੇਖੋ ਤੁਸੀਂ ਕਿ 7-8 ਸਾਲ ਦੀ ਉਮਰ ਦੇ ਵਿੱਚ ਨਾਨੀ ਤੇ ਆਪਣਾ ਢਿੱਡ ਭਰਨ ਦੇ ਲਈ ਬਾਸਰ ਕੇ ਪਿੰਡ ਦੀਆਂ ਗਲੀਆਂ ਦੇ ਵਿੱਚ ਆਪਣੇ ਸਿਰ ਦੇ ਉੱਤੇ ਇੱਕ ਛਾਬਾ ਰੱਖ ਕੇ, ਇੱਕ ਬਾਸਕਟ, ਇੱਕ ਟੋਕਰੀ ਰੱਖ ਕੇ ਉਹਦੇ ਵਿੱਚ ਉਬਲੇ ਹੋਏ ਛੋਲੇ, ਜਿਸ ਨੂੰ ਪੰਜਾਬੀ ਦੇ ਵਿੱਚ ਘੁੰਗਣੀਆਂ ਕਹਿੰਦੇ ਨੇ, ਉਹ ਵੇਚਦੇ ਆ, ਹੋਕਾ ਲਾਉਂਦੇ ਆ। ਉਹਦੇ ਨਾਲ ਜੋ ਇਨਕਮ ਹੁੰਦੀ ਹੈ, ਜੋ ਆਮਦਨ ਹੁੰਦੀ ਹੈ, ਜੋ ਕੁਝ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ, ਉਹਦੇ ਨਾਲ ਆਪਣਾ ਤੇ ਨਾਨੀ ਦਾ ਢਿੱਡ ਭਰਦੇ। ਇਸ ਚੜ੍ਹਦੀ ਕਲਾ ਦਾ ਸੋਮਾ ਕਿੱਥੋਂ ਪ੍ਰਾਪਤ ਹੋ ਰਿਹਾ ਹੈ? ਇਹ ਭਾਈ ਜੇਠਾ ਜੀ ਇਤਨੀ ਚੜ੍ਹਦੀ ਕਲਾ ਦੇ ਵਿੱਚ ਨੇ 7-8 ਸਾਲ ਦੀ ਉਮਰ ਦੇ ਵਿੱਚ, ਕਿ ਜਿੱਥੇ ਨਾ ਪਿਓ ਹੈ, ਨਾ ਮਾਂ ਹੈ, ਨਾ ਹੋਰ ਕੋਈ ਰਿਸ਼ਤੇਦਾਰ ਲਾਗੇ ਆ ਰਿਹਾ, ਕੋਈ ਫਾਈਨੈਂਸ਼ੀਅਲ ਸਪੋਰਟ ਵੀ ਨਹੀਂ ਹੈ, ਮਿਹਨਤ ਕਰ ਰਹੇ ਨੇ। ਹੁਣ ਇੱਥੇ ਜੇਕਰ ਅਸੀਂ ਆਪਣੇ ਆਪ ਨੂੰ ਰੱਖੀਏ, ਸਾਨੂੰ ਕਿਤਨੀਆਂ ਸੁਵਿਧਾਵਾਂ, ਕਿਤਨਾ ਕੁਛ ਪ੍ਰਮਾਤਮਾ ਨੇ ਸਾਡੀ ਝੋਲੀ ਦੇ ਵਿੱਚ ਪਾਇਆ ਹੋਇਆ ਹੈ, ਇਤਨੀਆਂ ਬਰਕਤਾਂ ਨੇ। ਰੋਮ ਰੋਮ ਅਸੀਂ ਸ਼ੁਕਰਾਨਾ ਕਰ ਦਈਏ ਪ੍ਰਮਾਤਮਾ ਦਾ, ਚੜ੍ਹਦੀ ਕਲਾ ਦੇ ਵਿੱਚ ਰਹਿੰਦਿਆਂ ਹੋਇਆ ਘੱਟ ਹੈ। ਹੁਣ ਇਹ ਬਰਕਤ ਕਿੱਥੋਂ ਹੈ? ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਭਾਈ ਜੇਠਾ ਜੀ ਦੇ ਜੀਵਨ ਦੇ ਵਿੱਚ ਚੇਤੇ ਰੱਖੀਏ ਕਿ ਜਿਸ ਵੇਲੇ ਉਹ ਘੁੰਗਣੀਆਂ ਵੇਚ ਕੇ ਸ਼ਾਮ ਨੂੰ
ਧੰਨ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਦੇ ਵਿੱਚ ਆਉਂਦੇ ਨੇ। ਉੱਥੇ ਸੇਵਾ ਕਰਦੇ ਨੇ ਜੋੜਿਆਂ ਦੀ, ਉੱਥੇ ਝਾੜੂ ਦੀ ਸੇਵਾ ਕਰਦੇ ਨੇ, ਉੱਥੇ ਜੂਠੇ ਭਾਂਡਿਆਂ ਦੀ ਸੇਵਾ ਕਰਦੇ ਨੇ, ਉੱਥੇ ਨਾਮ ਦੇ ਨਾਲ, ਗੁਰਬਾਣੀ ਦੇ ਨਾਲ, ਸਿਮਰਨ ਦੇ ਨਾਲ ਜੁੜਦੇ ਨੇ ਔਰ ਇਸ ਨਾਮ ਨੂੰ ਉਹਨਾਂ ਨੇ ਆਪਣੇ ਜੀਵਨ ਦਾ ਇੱਕ ਹਿੱਸਾ ਬਣਾਇਆ ਹੋਇਆ। ਹਰ ਵੇਲੇ ਉਹ ਨਾਮ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ। ਤੇ ਇਸ ਚੜ੍ਹਦੀ ਕਲਾ ਦੀ ਬਰਕਤ ਦੇਖੋ, ਜਿਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਆਪਣੀ ਬੇਟੀ ਦੀ ਸ਼ਾਦੀ ਦੀ ਗੱਲ ਕਰਦੇ ਨੇ ਤਾਂ ਉਹ ਇਹੋ ਜਿਹੀ ਚੜ੍ਹਦੀ ਕਲਾ ਵਾਲੀ ਸ਼ਖਸੀਅਤ ਭਾਈ ਜੇਠਾ ਜੀ ਨੂੰ ਚੁੱਕ ਆਪਣਾ ਜਵਾਈ ਬਣਾਉਣ ਦਾ ਫੈਸਲਾ ਕਰਦੇ ਨੇ। ਔਰ ਇਹ ਕਰਾਮਾਤ ਹੈ ਉਸ ਚੜ੍ਹਦੀ ਕਲਾ ਦੀ, ਇਹ ਉਹ ਬਰਕਤ ਹੈ ਉਸ ਚੜ੍ਹਦੀ ਕਲਾ ਦੀ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਉਹ ਸੋਢੀ ਸੁਲਤਾਨ ਪਾਤਸ਼ਾਹ ਭਾਈ ਜੇਠਾ ਜੀ ਦਾ ਉਹ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਅੰਮ੍ਰਿਤਸਰ ਸ਼ਹਿਰ, ਅੰਮ੍ਰਿਤਸਰ ਸਿਫਤੀ ਦਾ ਘਰ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਹੈ। ਔਰ ਉਹ ਅਸਥਾਨ ਜਿੱਥੇ ਅੱਜ ਲੱਖਾਂ ਪ੍ਰਾਣੀ ਰੋਜ਼ਾਨਾ ਲੰਗਰ ਛਕਦੇ ਨੇ, ਜਿਹਦੇ ਵਰਗਾ ਸਥਾਨ ਹੀ ਸੰਸਾਰ ਤੇ ਕੋਈ ਨਹੀਂ ਹੈ। ਡਿੱਠੇ ਸਭੇ ਥਾਂ ਥਾਂ ਨਹੀਂ ਤੁਧ ਜਿਹਾ। ਇਹ ਚੜ੍ਹਦੀ ਕਲਾ ਸਾਡੇ ਜੀਵਨ ਦੇ ਵਿੱਚ ਵੀ ਆ ਸਕਦੀ ਹੈ, ਪਰ ਸਾਨੂੰ ਕਨੈਕਟ ਹੋਣਾ ਨਾਮ ਦੇ ਨਾਲ, ਬਾਣੀ ਦੇ ਨਾਲ। ਹੁਣ ਇਹਦੇ ਵਿੱਚ ਇੱਕ ਸ਼ਬਦ ਹੋਰ ਆਇਆ ਹੈ, ਭਾਣਾ। ਭਾਣੇ ਦੇ ਅਰਥ ਨੇ ਹੁਕਮ, ਪਰ ਕਿਤੇ ਮੁਕਾਲਤਾ, ਭੁਲੇਖਾ ਜਾਂ ਸਾਡੇ ਆਲੇ ਦੁਆਲੇ ਜੋ ਇੱਕ ਰਿਵਾਜ ਪ੍ਰਚਲਿਤ ਹੈ, ਅਸੀਂ ਇਸ ਸ਼ਬਦ ਦੀ ਵਰਤੋਂ ਕੇਵਲ ਉਦੋਂ ਕਰਦੇ ਹਾਂ ਜਦੋਂ ਸਾਡੇ ਆਲੇ ਦੁਆਲੇ, ਸਾਡੇ ਰਿਸ਼ਤੇਦਾਰ ਦੇ ਵਿੱਚ ਕਿਤੇ ਹੋਰ ਕਿਸੇ ਦੀ ਮੌਤ ਹੋ ਜਾਂਦੀ ਹੈ, ਕਹਿੰਦੇ ਇਹ ਕੀ ਭਾਣਾ ਵਾਪਰ ਗਿਆ। ਪਰ ਜੇਕਰ ਅਸੀਂ ਗੁਰੂ ਸਾਹਿਬ ਜੀ ਦੇ ਬਾਣੀ ਦੇ ਚਾਨਣ ਦੇ ਵਿੱਚ ਇਸ ਗੱਲ ਨੂੰ ਸਮਝੀਏ, ਵਿਚਾਰੀਏ, ਤਾਂ ਸਾਨੂੰ ਸਪਸ਼ਟ ਸਮਝ ਆਉਂਦੀ ਹੈ। ਗੁਰੂ ਸਾਹਿਬ ਕਹਿੰਦੇ ਨੇ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਹੋਏ। ਭਾਵ ਇਹ ਸਭ ਕੁਝ ਭਾਣੇ ਦੇ ਵਿੱਚ ਹੈ। ਜੋ ਅੱਜ ਮਾਹੌਲ ਬਣਿਆ ਹੋਇਆ, ਜੋ ਅੱਜ ਵਾਤਾਵਰਣ ਬਣਿਆ ਹੋਇਆ, ਜਿਹੜੀ ਅੱਜ ਮਹਾਮਾਰੀ ਫੈਲੀ ਹੋਈ ਹੈ, ਇਹ ਉਹਦਾ ਹੁਕਮ ਹੈ। ਗੁਰੂ ਸਾਹਿਬ ਕਹਿੰਦੇ ਨੇ ਕਿ ਸੰਸਾਰ ਦੇ ਉੱਤੇ ਜੀਵ ਦਾ ਆਉਣਾ, ਜੀਵ ਦਾ ਜਾਣਾ, ਭਾਵ ਸਾਡੇ ਜਨਮ ਔਰ ਮੌਤ, ਇਹ ਹੁਕਮ ਹੈ। ਔਰ ਇਸ ਜਨਮ ਔਰ ਮੌਤ ਦੇ ਵਿਚਕਾਰ ਜੋ ਕੁਝ ਵੀ ਵਾਪਰ ਰਿਹਾ, ਭਾਵੇਂ ਉਹ ਸਾਡੇ ਜੀਵਨ ਦੇ ਵਿੱਚ ਵਾਪਰ ਰਿਹਾ, ਸਾਡੇ ਘਰ ਦੇ ਵਿੱਚ ਵਾਪਰ ਰਿਹਾ, ਸਾਡੇ ਆਲੇ ਦੁਆਲੇ ਵਾਪਰ ਰਿਹਾ, ਸੰਸਾਰ ਦੇ ਵਿੱਚ ਕਿਤੇ ਵੀ ਵਾਪਰ ਰਿਹਾ, ਇਹ ਉਹਦਾ ਹੁਕਮ ਹੈ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਤੇ ਹੁਣ ਇਸ ਭਾਣੇ ਨੂੰ ਮੰਨਣਾ, ਬੇਅੰਤ ਘਟਨਾਵਾਂ ਇਤਿਹਾਸ ਦੀਆਂ ਸਾਡੇ ਸਾਹਮਣੇ ਹਨ, ਸਿੱਖ ਇਤਿਹਾਸ ਭਰਿਆ ਪਿਆ ਹੈ। ਭਾਣੇ ਨੂੰ ਮੰਨਣਾ, ਜੇਕਰ ਅਸੀਂ ਸਭ ਤੋਂ ਵੱਡਾ ਉਦਾਹਰਣ ਲਈਏ ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਭਾਣਾ ਮੰਨਣਾ ਸਿਖਾਇਆ। ਤੱਤੀ ਤਵੀ ਦੇ ਉੱਤੇ ਬੈਠ ਕੇ ਚੌਂਕੜਾ ਮਾਰ ਕੇ ਕਹਿੰਦੇ ਨੇ, ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤੇ ਇਹ ਤੋਂ ਵੱਡਾ ਦੁੱਖ, ਇਸ ਤੋਂ ਵੱਡਾ ਕਸ਼ਟ ਕੀ ਹੋ ਸਕਦਾ ਜੀਵਨ ਦੇ ਵਿੱਚ, ਜੋ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਸਰੀਰ ਦੇ ਉੱਤੇ ਚੱਲ ਰਹੇ ਨੇ। ਸਿਰ 'ਚ ਗਰਮ ਰੇਤ ਪੈ ਰਹੀ ਹੈ, ਅੰਤਾਂ ਦੀ ਗਰਮੀ ਦਾ ਦਿਨ ਹੈ, ਲੋ ਤੇ ਥੱਲੇ ਅੱਗ ਬਲ ਰਹੀ ਹੈ, ਸਭ ਕੁਛ ਭਾਂਬੜ ਮਚਿਆ ਪਿਆ ਹੈ, ਪਰ ਗੁਰੂ ਸਾਹਿਬ ਸ਼ਾਂਤ ਬੈਠੇ ਨੇ ਉਹਦੇ ਭਾਣੇ ਦੇ ਵਿੱਚ, ਕਿਉਂਕਿ ਉਹਦੇ ਭਾਣੇ ਨੂੰ ਮੰਨਣਾ, ਉਹਦੇ ਹੁਕਮ ਦੇ ਵਿੱਚ ਰਹਿਣਾ ਹੀ ਚੜ੍ਹਦੀ ਕਲਾ ਹੈ। ਬੇਅੰਤ ਘਟਨਾਵਾਂ ਨੇ, ਪਰ ਇੱਕ ਤੁਹਾਨੂੰ ਸਟੋਰੀ ਦੇ ਨਾਲ ਮੈਂ ਕਨੈਕਟ ਕਰਦਾ ਕਿ ਇੱਕ ਰਾਜਾ, ਉਹਦਾ ਵਜ਼ੀਰ, ਉਹ ਵਜ਼ੀਰ ਨੂੰ ਇੱਕ ਸੁਭਾਵਕ ਪਰਮਾਤਮਾ ਦੇ ਵਿੱਚ ਵਿਸ਼ਵਾਸ ਸੀ, ਭਰੋਸਾ ਸੀ। ਉਹ ਹਮੇਸ਼ਾ ਇੱਕੋ ਗੱਲ ਕਹਿੰਦਾ ਸੀ ਕਿ ਜੋ ਕੁਝ ਹੋਇਆ ਚੰਗਾ ਹੋਇਆ। ਜਿਹੜੀ ਗੱਲ ਹੋਣੀ ਉਹਨੇ ਕਹਿਣਾ ਬਹੁਤ ਅੱਛਾ ਹੋਇਆ, ਜੋ ਹੋਇਆ ਚੰਗਾ ਹੋਇਆ। ਇੱਕ ਦਿਨ ਰਾਜੇ ਦੀ ਉਂਗਲ ਕੱਟ ਗਈ, ਉਂਗਲ ਕੱਟ ਗਈ ਤੇ ਉਹ ਕਹਿੰਦਾ ਜੀ ਜੋ ਹੋਇਆ ਚੰਗਾ ਹੋਇਆ। ਰਾਜੇ ਨੇ ਚੁੱਕ ਕੇ ਉਹਨੂੰ ਜੇਲ੍ਹ 'ਚ ਬੰਦ ਕਰ ਦਿੱਤਾ। ਉਹ ਜੇਲ੍ਹ 'ਚ ਬੰਦ ਹੋ ਗਿਆ, ਜੇਲ੍ਹ ਦੇ ਵਿੱਚ ਬੈਠਾ, ਜੇਲ੍ਹ ਦੇ ਵਿੱਚ ਬੰਦ ਹੋ ਕੇ ਵੀ ਕਹਿੰਦਾ ਜੋ ਹੋਇਆ ਚੰਗਾ ਹੋਇਆ।
ਰਾਜਾ ਬੜੇ ਗੁੱਸੇ 'ਚ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਸ਼ਿਕਾਰ ਖੇਡਣ ਚਲਾ ਗਿਆ। ਸ਼ਿਕਾਰ ਖੇਡਦੇ ਖੇਡਦੇ ਰਾਜਾ ਇੰਨੀ ਦੂਰ ਨਿਕਲ ਗਿਆ ਕਿ ਉੱਥੇ ਜੰਗਲ ਦੇ ਵਿੱਚ ਆਦੀਵਾਸੀਆਂ ਦੇ ਕਾਬੂ ਆ ਗਿਆ। ਉਹ ਉੱਥੇ ਆਪਣਾ ਕੋਈ ਤਿਉਹਾਰ ਮਨਾ ਰਹੇ ਸੀ ਤੇ ਉਹਦੇ ਦੌਰਾਨ ਉਹਨਾਂ ਨੇ ਬਲੀ ਦੇਣੀ ਸੀ ਕਿਸੇ ਮਨੁੱਖ ਦੀ। ਰਾਜਾ ਉਹਨਾਂ ਦੇ ਕਾਬੂ ਆ ਗਿਆ, ਕਹਿੰਦੇ ਵੀ ਇਹ ਬੜਾ ਸੁੰਦਰ ਹੈ, ਇਹ ਬਲੀ ਦੇ ਲਾਇਕ ਹੈ, ਇਹਦੀ ਬਲੀ ਦੇਵਾਂਗੇ ਤਾਂ ਸਾਨੂੰ ਬਹੁਤ ਜ਼ਿਆਦਾ ਪੁੰਨ ਮਿਲੇਗਾ, ਸਾਡਾ ਜਿਹੜਾ ਕੁਲ ਦੇਵਤਾ ਉਹ ਬੜਾ ਖੁਸ਼ ਹੋਏਗਾ। ਉਹ ਜਿਸ ਵੇਲੇ ਬਲੀ ਦੇਣ ਲੱਗੇ ਉਹ ਦੇਖਿਆ ਵੀ ਇਹਦੀ ਤੇ ਉਂਗਲ ਕੱਟੀ ਹੋਈ ਹੈ, ਇਹਦੀ ਤੇ ਬਲੀ ਦਿੱਤੀ ਨਹੀਂ ਜਾ ਸਕਦੀ, ਇਹ ਤੇ ਕੰਪਲੀਟ ਹੀ ਨਹੀਂ ਹੈ ਤੇ ਇਨਕੰਪਲੀਟ ਹੈ, ਸਾਡਾ ਜਿਹੜਾ ਕੁਲ ਦੇਵਤਾ ਹੈ ਉਹ ਖੁਸ਼ ਨਹੀਂ ਹੋਏਗਾ, ਉਹ ਉਹਨੂੰ ਛੱਡ ਦਿੰਦਾ। ਰਾਜੇ ਨੂੰ ਚੇਤੇ ਆਉਂਦਾ ਹੈ ਆਪਣੇ ਵਜ਼ੀਰ ਦਾ ਉਹ ਕਿਹਾ ਹੋਇਆ ਬੋਲ ਕਿ ਜੋ ਹੁੰਦਾ ਹੈ ਚੰਗੇ ਲਈ ਹੁੰਦਾ ਹੈ। ਰਾਜਾ ਪਹੁੰਚਦਾ ਜਾ ਕੇ ਸਭ ਤੋਂ ਪਹਿਲੇ ਕਹਿੰਦਾ ਕਿ ਇਹ ਵਜ਼ੀਰ ਨੂੰ ਪਹਿਲੇ ਤੇ ਜੇਲ੍ਹ ਚੋਂ ਬਾਹਰ ਕੱਢੋ। ਉਹਨੂੰ ਬੁਲਾਉਂਦੇ ਵੀ ਤੂੰ ਕਿਹਾ ਸੀ ਜੋ ਹੁੰਦਾ ਚੰਗਾ ਹੁੰਦਾ ਹੈ, ਵਾਕਈ ਜੇ ਮੇਰੀ ਅੱਜ ਉਂਗਲ ਨਾ ਕੱਟੀ ਹੁੰਦੀ ਤਾਂ ਮੈਂ ਤਾਂ ਗਿਆ ਸੀ, ਮੇਰੀ ਤਾਂ ਬਲੀ ਦੇਤੀ ਸੀ ਉਹਨਾਂ ਨੇ। ਰਾਜਾ ਉਹਨੂੰ ਕਹਿੰਦਾ ਵੀ ਇਹ ਤੇ ਗੱਲ ਮੈਨੂੰ ਸਮਝ ਆ ਗਈ ਕਿ ਮੇਰੀ ਇਹ ਉਂਗਲ ਕੱਟੀ, ਤੂੰ ਕਹਿ ਵੀ ਜੋ ਹੁੰਦਾ ਚੰਗੇ ਲਈ ਹੁੰਦਾ ਹੈ, ਪਰ ਜਦੋਂ ਮੈਂ ਤੈਨੂੰ ਜੇਲ੍ਹ 'ਚ ਬੰਦ ਕੀਤਾ ਉਦੋਂ ਤੂੰ ਕਿਉਂ ਕਿਹਾ ਕਿ ਜੋ ਹੁੰਦਾ ਚੰਗੇ ਲਈ ਹੁੰਦਾ ਹੈ? ਤਾਂ ਵਜ਼ੀਰ ਹੱਸ ਕੇ ਕਹਿਣ ਲੱਗਾ, ਰਾਜਾ ਜੀ ਤੁਹਾਡੀ ਤੇ ਉਂਗਲ ਕੱਟੀ ਹੋਈ ਸੀ, ਤੁਸੀਂ ਉੱਥੇ ਪਹੁੰਚੇ, ਉਹਨਾਂ ਨੇ ਤੁਹਾਨੂੰ ਛੱਡ ਦਿੱਤਾ, ਮੇਰੀ ਥੋੜੀ ਉਂਗਲ ਕੱਟੀ ਹੋਈ ਸੀ। ਜੇ ਮੈਂ ਤੁਹਾਡੇ ਨਾਲ ਸ਼ਿਕਾਰ ਖੇਡਣ ਗਿਆ ਹੁੰਦਾ ਉੱਥੇ, ਉਹਨਾਂ ਨੇ ਮੇਰੀ ਤਾਂ ਬਲੀ ਚੜਾ ਦੇਣੀ ਸੀ। ਕਿ ਮੈਂ ਜੇਲ੍ਹ ਦੇ ਵਿੱਚ ਬੰਦ ਸਾਂ, ਤੁਸੀਂ ਮੈਨੂੰ ਜੇਲ੍ਹ 'ਚ ਬੰਦ ਕਰ ਦਿੱਤਾ, ਇਹ ਪ੍ਰਮਾਤਮਾ ਦਾ ਹੁਕਮ ਸੀ, ਭਾਣਾ ਸੀ, ਇਹ ਚੰਗਾ ਹੋਇਆ ਨਾ ਕਿ ਮੈਂ ਇੱਥੇ ਸਾਂ ਤੇ ਮੈਂ ਬਚ ਗਿਆ। ਇਹ ਹੈ ਜੀ ਭਾਣਾ। ਕੁਝ ਵੀ ਪ੍ਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਹੈ। ਤੇ ਗੁਰੂ ਸਾਹਿਬ ਸਾਨੂੰ ਇਹ ਦ੍ਰਿੜ ਕਰਵਾਉਂਦੇ ਨੇ ਕਿ ਭਾਈ ਜਿਸ ਨੇ ਇਹ ਭਾਣਾ ਮੰਨਣਾ ਸਿੱਖ ਲਿਆ, ਜਿਸ ਨੇ ਇਹ ਭਾਣਾ ਸਮਝ ਲਿਆ, ਜਿਹੜਾ ਨਾਮ ਦੇ ਨਾਲ ਜੁੜ ਗਿਆ, ਉਹੀ ਆਪਣੇ ਜੀਵਨ ਦੇ ਵਿੱਚ ਸਰਬੱਤ ਦਾ ਭਲਾ ਕਰ ਲੈਂਦਾ ਹੈ, ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ, ਕਿਉਂਕਿ ਇਹ ਜੀਵਨ ਇਹ ਸਾਡੇ ਦ੍ਰਿਸ਼ਟੀਕੋਣ ਦੇ ਉੱਪਰ ਨਿਰਭਰ ਹੈ। ਜਿਸ ਤਰ੍ਹਾਂ ਦਾ ਸਾਡਾ ਦ੍ਰਿਸ਼ਟੀਕੋਣ ਹੈ ਉਸ ਤਰ੍ਹਾਂ ਦਾ ਸਾਡਾ ਆਲਾ ਦੁਆਲਾ ਹੈ। ਮੈਨੂੰ ਲੱਗ ਰਿਹਾ ਮੈਂ ਸਮਾਂ ਜ਼ਿਆਦਾ ਲੈ ਰਿਹਾ, ਬਸ 1 ਮਿੰਟ ਦੇ ਵਿੱਚ ਮੈਂ ਸਮਾਪਤੀ ਕਰ ਰਿਹਾ, ਕਿਉਂਕਿ ਗੁਰਬਾਣੀ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਹੈ ਕਿ ਦੁੱਖ ਨਾਹੀਂ ਸਭ ਸੁਖ ਹੀ ਹੈ ਰੇ, ਏਕੈ ਏਕੀ ਨੇਤੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤੈ। ਕੋਈ ਦੁੱਖ ਨਹੀਂ ਹੈ, ਇਹ ਪ੍ਰਮਾਤਮਾ ਦਾ ਹੁਕਮ ਹੈ। ਸਾਨੂੰ ਦੁੱਖ ਲੱਗਦਾ ਹੈ ਪਰ ਇਹ ਉਹਦਾ ਹੁਕਮ ਹੈ, ਉਹ ਜਿਉਂ-ਜਿਉਂ ਰਾਖੈ ਤਿਉਂ-ਤਿਉਂ ਰਹੀ ਹੈ, ਤੇਰਾ ਦੀਆ ਖਾਏ। ਜਦੋਂ ਨਾਮ ਦੇ ਨਾਲ ਕਨੈਕਟੀਵਿਟੀ ਹੋਏਗੀ ਤੇ ਇਹ ਸਭ ਕੁਝ ਸਾਡੇ ਜੀਵਨ ਦੇ ਵਿੱਚ ਸਾਡੇ ਅੰਦਰ ਵਸਣਾ ਸ਼ੁਰੂ ਹੋਏਗਾ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਦ੍ਰਿਸ਼ਟੀਕੋਣ ਹੈ, ਤੁਹਾਡੀ ਨਜ਼ਰ ਹੈ, ਦੇਖਣ ਦਾ ਇੱਕ ਤਰੀਕਾ ਹੈ, ਤੁਹਾਡੀ ਸੋਚ ਹੈ। ਜੇ ਇਹ ਪੋਜ਼ਿਟਿਵ ਹੈ ਤੁਹਾਨੂੰ ਆਲਾ ਦੁਆਲਾ ਪੋਜ਼ਿਟਿਵ ਨਜ਼ਰ ਆਏਗਾ। ਸੁਖੀਏ ਕੋ ਪੇਖੈ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਕਿ ਜਿਹੜਾ ਸੁਖੀ ਹੈ ਉਹਨੂੰ ਸਾਰੇ ਪਾਸੇ ਖੁਸ਼ੀ ਨਜ਼ਰ ਆਉਂਦੀ ਹੈ, ਪਰ ਜਿਹੜਾ ਬਿਮਾਰ ਹੈ ਉਹ ਸੋਚਦਾ ਸਾਰੇ ਬਿਮਾਰ ਨੇ। ਤੇ ਇਸ ਲਈ ਸਾਨੂੰ ਨਾਮ ਦੇ ਨਾਲ ਕਨੈਕਟ ਹੋ ਕੇ ਸਿਮਰਨ ਦੇ ਵਿੱਚ, ਪਰਮਾਤਮਾ ਦੀ ਯਾਦ ਦੇ ਵਿੱਚ ਰਹਿੰਦਿਆਂ ਹੋਇਆਂ ਹਮੇਸ਼ਾ ਖੇੜੇ ਦੇ ਵਿੱਚ, ਆਨੰਦ ਦੇ ਵਿੱਚ, ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਉਹਦੇ ਭਾਣੇ ਨੂੰ ਮੰਨਣਾ। ਭਾਣਾ ਮੰਨਾਂਗੇ ਤਾਂ ਸਾਡੇ ਜੀਵਨ ਦੇ ਵਿੱਚ ਸਰਬੱਤ ਦੇ ਭਲੇ ਦੀ ਸੋਚ ਆਏਗੀ ਤੇ ਅਸੀਂ ਗੁਰੂ ਸਾਹਿਬ ਦੇ ਬਖਸ਼ੇ ਹੋਏ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਤੇ ਪਹਿਰਾ ਦਿੰਦੇ ਹੋਏ ਆਪਣਾ ਇਹ ਜੀਵਨ ਸੰਪੂਰਨ ਤੇ ਸਫਲ ਕਰ ਸਕਦੇ ਹਾਂ। ਗੁਰੂ ਸਾਹਿਬ ਕਿਰਪਾ ਕਰਨ, ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।